माधवे क्या कहिए भरम ऐसा, जैसा मानिए होए न तैसा। ਇਹੋ ਜਿਹਾ ਇੱਕ ਭਰਮ ਪੈ ਗਿਆ ਮਨੁੱਖ ਨੂੰ, ਜੈਸਾ ਹੈ ਵੈਸਾ ਨਹੀਂ ਦਿਖ ਰਿਹਾ। ਜੋ ਹੈ ਉਹ ਨਹੀਂ ਦਿਖ ਰਿਹਾ, ਜੋ ਨਹੀਂ ਹੈ ਉਹ ਦੇਖ ਰਿਹਾ ਹੈ। ਜੋ ਮਿਟ ਰਿਹਾ ਹੈ ਉਹ ਦੇਖ ਰਿਹਾ ਹੈ, ਜੋ ਮਿਥਿਆ ਹੈ ਉਹਦੇ ਨਾਲ ਜੁੜ ਰਿਹਾ ਹੈ, ਜੋ ਝੂਠ ਹੈ ਉਹਨੂੰ ਸੱਤ ਸਮਝੀ ਬੈਠਾ ਹੈ। ਇਹੋ ਹੀ ਭਰਮ ਹੈ, ਇਹੋ ਹੀ ਭੁਲੇਖਾ ਹੈ ਨਾ, ਇਹਨੂੰ ਹੀ ਅਗਿਆਨਤਾ ਕਹਿੰਦੇ ਆ। ਫਿਰ ਖਿਆਲ ਵਿੱਚ ਰੱਖਿਓ, ਜਿਹੜਾ ਆਪ ਭਰਮ ਦੇ ਵਿੱਚ ਹੋਵੇ ਨਾ, ਭੁਲੇਖੇ 'ਚ ਹੋਵੇ, ਉਹ ਦੂਸਰੇ ਨੂੰ ਭਰਮ ਦੇ ਵਿੱਚ ਹੀ ਪਾ ਸਕਦਾ, ਕੱਢ ਨਹੀਂ ਸਕਦਾ। ਹੁਣ ਜਿਹਨੂੰ ਸੰਸਾਰ ਸੱਤ ਪ੍ਰਤੀਤ ਹੋ ਰਿਹਾ ਹੈ, ਜੋ ਆਪ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ, ਉਹ ਸੰਸਾਰ ਦੇ ਵਿੱਚੋਂ ਕੱਢ ਕਿਵੇਂ ਸਕਦਾ ਹੈ ਦੂਸਰੇ ਨੂੰ? ਇਹ ਵੀ ਤਾਂ ਸੋਚੋ ਨਾ। ਜਿਹੜਾ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ, ਸੰਸਾਰ ਨੂੰ ਸੱਤ ਸਮਝਦਾ ਹੈ, ਜੋ ਝੂਠ ਹੈ ਤੇ ਉਹ ਦੂਸਰਿਆਂ ਨੂੰ ਕਹਿੰਦਾ ਹੈ ਵੀ ਤੁਸੀਂ ਵੀ ਮੇਰੇ ਨਾਲ ਪੜ੍ਹੋ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਉਹ ਪੜ੍ਹਦਾ ਹੈ ਤੇ ਦੂਸਰਿਆਂ ਨੂੰ ਪੜ੍ਹਾਉਂਦਾ ਹੈ। ਤੇ ਪੜ੍ਹਾ ਕਾਹਦੇ ਵਾਸਤੇ ਰਿਹਾ ਹੈ? ਇਹ ਜਗ ਰਚਨਾ ਵਾਸਤੇ, ਝੂਠ ਵਾਸਤੇ ਹੀ ਪੜ੍ਹੀ ਜਾ ਰਹੀ ਬਾਣੀ ਉਪਦੇਸ਼। ਤੇ ਖਿਆਲ ਵਿੱਚ ਰੱਖਿਓ, ਜਿਹੜਾ ਇਹ ਉਪਦੇਸ਼ ਹੈ ਨਾ, ਇਹ ਇਸ਼ਾਰਾ ਕਰਦਾ ਹੈ ਸੱਤ ਵੱਲ ਨੂੰ। ਉਪਦੇਸ਼ ਜਿਹੜੇ ਹੁੰਦੇ ਹਨ ਪਰਮ ਪੁਰਖਾਂ ਦੇ, ਉਹ ਸੱਤ ਵੱਲ ਨੂੰ ਇਸ਼ਾਰਾ ਕਰਦੇ ਹਨ। ਸ਼ਬਦਾਂ ਦੁਆਰਾ ਨਿਸ਼ਬਦ ਵੱਲ ਨੂੰ ਇਸ਼ਾਰਾ ਕੀਤਾ ਜਾਂਦਾ ਹੈ। ਪਰ ਲੋਕ ਸ਼ਬਦਾਂ ਨੂੰ ਫੜ ਲੈਂਦੇ ਹਨ, ਸ਼ਬਦਾਂ ਨੂੰ ਦੁਹਰਾਉਣ ਲੱਗ ਜਾਂਦੇ ਹਨ, ਇਸ਼ਾਰਾ ਨਹੀਂ ਸਮਝਦੇ ਹਨ। ਦੇਖੋ ਮੂੜਤਾ, ਮਹਾਮੂੜ ਕਛ ਭੇਦ ਨਾ ਜਾਣਤ। ਜਿੱਧਰ ਨੂੰ ਇਸ਼ਾਰਾ ਕੀਤਾ ਜਾ ਰਿਹਾ ਹੈ ਉਧਰ ਨੂੰ ਨਹੀਂ ਚੱਲ ਰਹੇ ਹਨ। ਜਿਵੇਂ ਮੈਂ ਤੁਹਾਨੂੰ ਕਹਾਂ ਵੀ ਆ ਝੂਠੇ ਘਰਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ, ਆਓ ਤੁਹਾਨੂੰ ਮੈਂ ਸੱਚ ਦੇ ਘਰ ਦੇ ਵਿੱਚ ਲੈ ਕੇ ਚੱਲਾਂ। ਇਹ ਝੂਠੇ ਘਰ ਹਨ, ਅੱਜ ਨਹੀਂ ਕੱਲ੍ਹ ਤੁਹਾਨੂੰ ਛੱਡਣੇ ਹੀ ਪੈਣੇ ਹਨ। ਹਰ ਇੱਕ ਛੱਡ ਕੇ ਹੀ ਜਾਂਦਾ ਹੈ, ਇਹ ਸਦਾ ਰਹਿਣ ਵਾਲੇ ਨਹੀਂ ਹਨ। ਤੇ ਇਹਨਾਂ ਨੂੰ ਛੱਡੋ ਤੁਸੀਂ, ਝੂਠੇ ਹਨ। ਤੇ ਸੱਚ ਦੇ ਘਰ ਦੇ ਵਿੱਚ, ਜਿਹੜਾ ਵਾਸਤਵਿਕ ਤੁਹਾਡਾ ਘਰ ਹੈ, ਆਪਣਾ ਘਰ ਹੈ, ਜਹ ਘਰ ਤੂੰ ਰਹਿਣਾ ਬਸਣਾ ਸੋ ਘਰ ਦਿਓ ਵਿਸਾਰ, ਉਹ ਘਰ ਚੱਲੋ, ਤਿਆਰੀ ਕਰੋ। ਪਰ ਤੁਸੀਂ ਇਹ ਸ਼ਬਦਾਂ ਨੂੰ ਦੁਹਰਾਉਂਦੇ ਹੋ ਵੀ ਝੂਠੇ ਘਰ ਛੱਡੋ, ਸੱਚੇ ਘਰ ਜਾਣਾ ਹੈ। ਜਿਵੇਂ ਪਿੱਛੇ ਕਿਹਾ ਸੀ ਨਾ ਵੀ ਤੋਤਾ ਚੋਗ ਵੀ ਚੁਗੀ ਜਾਂਦੇ ਹਨ, ਤੇ ਨਾਲੇ ਕਹੀ ਜਾਂਦੇ ਹਨ ਚੋਗਾ ਚੁਗਣਾ ਨਹੀਂ
ਜਾਲ ਵਿੱਚ ਫਸਣਾ ਨਹੀਂ। ਤੇ ਚੁੱਗ ਵੀ ਰਹੇ ਹਨ, ਫਸ ਵੀ ਰਹੇ ਹਨ। ਇੱਦਾਂ ਹੀ ਇਹ ਧਾਰਮਿਕ ਲੋਕ ਕਰ ਰਹੇ ਹਨ ਵੀ ਉਹੋ ਹੀ ਪੜ੍ਹ ਰਹੇ ਹਨ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਤੇ ਝੂਠ ਦੇ ਨਾਲ ਹੀ ਜੁੜ ਰਹੇ ਹਨ ਤੇ ਜੋੜ ਰਹੇ ਹਨ। ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬਿਨ ਸੇ ਨੀਤ, ਜਗ ਰਚਨਾ ਤੈਸੇ ਰਚੀ, ਜਾਣ ਲਿਓ ਰੇ ਮੀਤ। ਬੜੀ ਉੱਚੀ ਆਵਾਜ਼ 'ਚ ਗਾਉਂਦੇ ਹਨ, ਸੁਰ 'ਚ ਗਾਉਂਦੇ ਹਨ, ਪਰ ਸਿਰਫ ਗਾਉਂਦੇ ਹੀ ਹਨ, ਸਿਰਫ ਪੜ੍ਹਦੇ ਹੀ ਹਨ। ਇਹ ਸ਼ਬਦਾਂ ਦੇ ਨਾਲ ਜੁੜ ਗਏ, ਇਹਨਾਂ ਨੂੰ ਸ਼ਬਦਾਂ ਦੇ ਨਾਲ ਮੋਹ ਹੋ ਗਿਆ, ਸ਼ਬਦਾਂ ਨੂੰ ਚੱਕੀ ਫਿਰਦੇ ਹਨ ਸਿਰ 'ਤੇ ਲੋਕ। ਦੇਖੋ, ਇਹ ਸ਼ਬਦ ਇਸ਼ਾਰਾ ਹਨ ਸੱਤ ਵੱਲ ਨੂੰ। ਇਹ ਕਹਿੰਦੇ ਹਨ ਝੂਠ ਦੇ ਨਾਲ ਨਾ ਜੁੜੋ, ਜਾਣ ਲਿਓ ਰੇ ਮੀਤ। ਜਗ ਰਚਨਾ ਸਭ ਝੂਠ ਹੈ, ਜਾਣ ਲਓ, ਸਮਝ ਲਓ, ਬੇਵਕੂਫੋ, ਮੂਰਖੋ, ਇਹ ਕਹਿ ਰਹੇ ਹਨ। ਪਰ ਲੋਕ ਇਹ ਸ਼ਬਦ ਹੀ ਦੁਹਰਾ ਰਹੇ ਹਨ, ਇਸ਼ਾਰਾ ਥੋੜ੍ਹੀ ਸਮਝ ਰਹੇ ਹਨ। ਤੇ ਸ਼ਬਦਾਂ ਦੁਆਰਾ ਇਸ਼ਾਰਾ ਹੋ ਰਿਹਾ ਹੈ ਵੀ ਸੱਚੇ ਘਰ ਅਗਰ ਤੁਸੀਂ ਜਾਣਾ ਹੈ ਤੇ ਝੂਠੇ ਘਰਾਂ ਨੂੰ ਛੱਡੋ, ਝੂਠ ਵੱਲੋਂ ਸੰਬੰਧ ਤੋੜੋ। ਫਿਰ ਇੱਕ ਗੱਲ ਹੋਰ ਵੀ ਖਿਆਲ ਵਿੱਚ ਰੱਖਣ ਯੋਗ ਹੈ, ਜਿਹੜੇ ਲੋਕ ਭਰਮ ਦੇ ਵਿੱਚ ਹਨ ਨਾ, ਭਰਮ ਤੋਂ ਬਾਹਰ ਨਹੀਂ ਆਏ ਹਨ ਜੀ, ਅਗਿਆਨਤਾ ਵਿੱਚ ਹਨ, ਰੱਸੀ ਨੂੰ ਹੀ ਸੱਪ ਸਮਝੀ ਬੈਠੇ ਹਨ, ਅਸੱਤ ਨੂੰ ਹੀ ਸੱਤ ਸਮਝ ਰਹੇ ਹਨ ਸੰਸਾਰ ਨੂੰ। ਇਹ ਇੱਕ ਬਹੁਤ ਵੱਡਾ ਨੁਕਸਾਨ ਕਰਦੇ ਹਨ ਮਨੁੱਖਤਾ ਦਾ। ਉਹ ਇਹ ਹੈ ਵੀ ਉਹ ਇਸ ਧਰਮ ਦੁਆਰਾ ਵੀ, ਧਾਰਮਿਕ ਪਹਿਰਾਵਾ ਪਾ ਕੇ ਵੀ, ਧਾਰਮਿਕ ਉਪਦੇਸ਼ ਦੇ ਕੇ ਵੀ ਸੰਸਾਰ ਦੇ ਨਾਲ ਹੀ ਜੋੜ ਰਹੇ ਹਨ। ਉਹ ਧਾਰਮਿਕ ਉਪਦੇਸ਼ ਪੜ੍ਹ ਰਹੇ ਹਨ, ਪੜ੍ਹਾ ਰਹੇ ਹਨ ਤੇ ਅਰਦਾਸਾਂ ਕਰਦੇ ਹਨ। ਕਾਹਦੇ ਵਾਸਤੇ? ਝੂਠ ਵਾਸਤੇ। ਜਿਹੜੇ ਘਰ ਛੱਡ ਕੇ ਜਾਣੇ ਹਨ, ਝੂਠੇ ਹਨ, ਉਹਨਾਂ ਵਾਸਤੇ ਅਰਦਾਸਾਂ ਹੋ ਰਹੀਆਂ ਹਨ। ਉਸ ਜਾਇਦਾਦ ਵਾਸਤੇ ਅਰਦਾਸਾਂ ਹੋ ਰਹੀਆਂ ਹਨ, ਉਸ ਧਨ ਵਾਸਤੇ ਜਿਹੜਾ ਕੂੜ ਹੈ, ਅਰਦਾਸਾਂ ਕਰ ਰਹੇ ਹਨ ਧਾਰਮਿਕ ਲੋਕ, ਉਹਦੇ ਨਾਲ ਜੋੜ ਰਹੇ ਹਨ। ਫਿਰ ਇੱਕ ਗੱਲ ਹੋਰ ਖਿਆਲ ਵਿੱਚ ਰੱਖਣ ਯੋਗ ਹੈ ਵੀ ਜਿੰਨਾ ਤੁਸੀਂ ਝੂਠ ਦੇ ਨਾਲ ਜ਼ਿਆਦਾ ਜੋੜੋਗੇ, ਓਨਾ ਦੁੱਖ ਪਾਓਗੇ। ਦੁੱਖ ਕੀ ਹੈ? ਝੂਠ ਦੇ ਨਾਲ ਜੁੜਨਾ ਹੀ ਦੁੱਖ ਹੈ ਨਾ। ਹੁਣ ਤੁਸੀਂ ਇਉਂ ਸਮਝ ਲਓ, ਜਿਹਦੇ ਬੱਚੇ ਨਾਲ ਤੁਹਾਡਾ ਜ਼ਿਆਦਾ ਮੋਹ ਹੈ, ਉਹਦੇ ਵਿਛੜਨ ਤੋਂ ਤੁਸੀਂ ਜ਼ਿਆਦਾ ਦੁਖੀ ਹੋਵੋਗੇ, ਕਿਉਂਕਿ ਉਹਦੇ ਨਾਲ ਜ਼ਿਆਦਾ ਜੁੜੇ ਹੋਏ। ਇਹੋ ਹੀ ਕਾਰਨ ਹੈ ਨਾ। ਖਿਆਲ ਵਿੱਚ ਲਓ ਥੋੜ੍ਹਾ ਜਿਹਾ, ਸ਼ਾਇਦ ਤੁਹਾਡੇ ਆ ਹੀ ਜਾਵੇ ਹੌਲੀ ਹੌਲੀ ਗੱਲ ਖਿਆਲ ਵਿੱਚ, ਵੀ ਜਿਹਦੇ ਨਾਲ ਤੁਸੀਂ ਜ਼ਿਆਦਾ ਜੁੜੇ ਹੋਏ ਹੋ, ਉਹਨੂੰ ਛੱਡਣ ਲੱਗਿਆ ਤੁਹਾਨੂੰ ਜ਼ਿਆਦਾ ਦੁੱਖ ਹੋਵੇਗਾ। ਅਗਰ ਘਰ ਨਾਲ ਜੁੜੇ ਹੋਏ ਹੋ, ਘਰ ਨੂੰ ਛੱਡਣ ਲੱਗਿਆਂ ਦੁੱਖ ਹੋਵੇਗਾ। ਪਰਿਵਾਰ ਦੇ ਨਾਲ ਜੁੜੇ ਹੋਏ ਹੋ ਜ਼ਿਆਦਾ, ਉਹਦੇ ਨੂੰ ਛੱਡਣ ਨੂੰ। ਕਿਸੇ ਚੀਜ਼ ਦੇ ਨਾਲ ਵੀ ਆਦਮੀ ਜੁੜ ਜਾਂਦਾ ਹੈ, ਕਿਸੇ ਕਾਰ ਦੇ ਨਾਲ ਜੁੜ ਗਿਆ, ਕਈ ਤੇ ਆਹ ਟੈਲੀਫੋਨ ਦੇ ਨਾਲ ਵੀ ਬਹੁਤ ਜੁੜੇ ਹੋਏ ਹਨ, ਤੇ ਇਹ ਗਵਾਚ ਜਾਵੇ, ਇਹਦੇ ਨਾਲ ਵੀ ਮੋਹ ਪੈ ਗਿਆ ਨਾ। ਜਿਹੜੀ ਚੀਜ਼ ਦੇ ਨਾਲ ਜ਼ਿਆਦਾ ਜੁੜ ਜਾਂਦੇ ਹੋ ਤੁਸੀਂ ਇੱਥੇ, ਉਹਨੂੰ ਛੱਡਣ ਲੱਗਿਆਂ ਦੁੱਖ ਹੁੰਦਾ ਹੈ। ਤਾਂ ਮੌਤ ਵੇਲੇ ਦੁੱਖ ਮੋਹ ਦਾ ਹੀ ਹੁੰਦਾ ਹੈ। ਜਿੰਨਾ ਜ਼ਿਆਦਾ ਸੰਸਾਰ ਦੇ ਨਾਲ ਆਦਮੀ ਜੁੜਿਆ ਹੋਇਆ ਹੈ, ਮਰਨ ਵੇਲੇ ਓਨਾ ਹੀ ਜ਼ਿਆਦਾ ਤੜਫਦਾ ਹੈ, ਦੁਖੀ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਜੇ ਸੰਸਾਰ ਨਾਲ ਜੋੜ ਹੀ ਨਹੀਂ ਹੈ, ਸੱਤ ਨਾਲ ਜੋੜ ਹੀ ਨਹੀਂ ਹੈ, ਫਿਰ ਦੁੱਖ ਨਹੀਂ ਹੁੰਦਾ ਹੈ। ਦੁੱਖ ਕਾਹਦਾ ਹੋਵੇਗਾ? ਸੱਤ ਤੇ ਹੈ ਹੀ, ਸੱਤ ਮਰਦਾ ਥੋੜ੍ਹੀ ਹੈ, ਮਰਦਾ ਹੀ ਅਸੱਤ ਹੈ। ਅਸੱਤ ਨਾਲ ਸੰਬੰਧ ਟੁੱਟਦੇ ਹਨ। ਮਰਦਾ ਵੀ ਕੀ ਹੈ ਇੱਥੇ? ਕੁਛ ਵੀ ਨਹੀਂ ਮਰਦਾ ਹੈ। ਸਰੀਰ ਜਿਹੜਾ ਹੈ ਉਹ ਮਿੱਟੀ 'ਚ ਮਿਲ ਜਾਂਦਾ, ਮਿੱਟੀ 'ਚ ਪੈਦਾ ਹੋਇਆ। ਮਰਿਆ ਕੀ? ਕੌਣ ਮੂਆ ਰੇ ਕੌਣ ਮੂਆ,
ਬ੍ਰਹਮ ਗਿਆਨੀ ਸਿਉ ਕਹੁ ਰੋ ਵਿਚਾਰਾ। ਇਹ ਤੋਂ ਚਲਤ ਪਿਆ ਹੈ ਕਿ ਕੀ ਹੈ ਇੱਥੇ? ਆਵਾਗਮਨ ਕੁਛ ਵੀ ਨਹੀਂ ਹੈ। ਆਵਣ ਜਾਵਣ ਨੇ ਖੇਲ ਬਣਾਇਆ, ਪਰ ਗਿਆਨਵਾਨ ਦੀ ਦ੍ਰਿਸ਼ਟੀ ਦੇ ਮੁਤਾਬਕ ਕੁਛ ਵੀ ਨਹੀਂ ਹੈ। ਤੁਸੀਂ ਤੇ ਜੁੜੇ ਹੋਏ ਹੋ ਨਾ। ਤੇ ਆ ਸੱਤ ਦੇ ਨਾਲ ਜੁੜਨ ਕਰਕੇ ਦੁੱਖ ਹੋ ਰਿਹਾ ਹੈ, ਕਸ਼ਟ ਹੋ ਰਿਹਾ ਹੈ। ਤੇ ਜਿੰਨਾ ਜ਼ਿਆਦਾ ਕੋਈ ਜੁੜਦਾ ਹੈ ਉਹਨਾਂ ਦੁਖੀ ਹੁੰਦਾ ਹੈ। ਫਿਰ ਧਾਰਮਿਕ ਲੋਕ ਆ ਸੱਤ ਦੇ ਨਾਲ ਜੋੜ ਰਹੇ ਹਨ ਤੁਹਾਨੂੰ। ਦੇਖੋ ਕਮਾਲ ਦੀ ਗੱਲ। ਤਾਂ ਉਹਨਾਂ ਦਾ ਹੀ ਲੋਕ ਸਤਿਕਾਰ ਕਰਦੇ ਹਨ, ਜਿਹੜੇ ਉਹਨਾਂ ਦੇ ਵਾਸਤੇ ਅਰਦਾਸਾਂ ਕਰ ਰਹੇ ਹਨ। ਘਰ ਵਾਸਤੇ, ਪਰਿਵਾਰ ਵਾਸਤੇ, ਜਾਇਦਾਦ ਵਾਸਤੇ, ਸੁੱਖ ਸਮਰਿੱਧੀ ਵਾਸਤੇ, ਸੁੱਖਾਂ ਵਾਸਤੇ ਅਰਦਾਸਾਂ ਹੋ ਰਹੀਆਂ ਹਨ। ਤੇ ਜਿਹੜੇ ਸੁੱਖਾਂ ਵਾਸਤੇ ਅਰਦਾਸਾਂ ਕਰ ਰਹੇ ਹਨ, ਦਰਅਸਲ ਉਹ ਤੁਹਾਨੂੰ ਦੁੱਖ ਦੇਣ ਦਾ ਉਪਾਅ ਕਰ ਰਹੇ ਹਨ, ਦੁਖੀ ਕਰਨ ਦਾ ਉਪਾਅ ਕਰ ਰਹੇ ਹਨ। ਅਗਰ ਉਹ ਤੁਹਾਨੂੰ ਜ਼ਿਆਦਾ ਦੁਖੀ ਕਰਨ ਦਾ ਉਪਾਅ ਕਰ ਰਹੇ ਹਨ ਤੇ ਉਹ ਆਪ ਕਿਹੜੇ ਸੁਖੀ ਰਹਿਣਗੇ? ਆਪ ਵੀ ਤਾਂ ਉੱਦਾਂ ਹੀ ਸਾਧੂ ਮਹਾਤਮਾ ਜੁੜੇ ਹੋਏ ਹਨ, ਬਹੁਤ ਸੁੱਖ ਸੁਵਿਧਾ ਦੇ ਨਾਲ ਜੁੜੇ ਹੋਏ ਹਨ। ਬੜੇ ਅਲੀਸ਼ਾਨ ਬੰਗਲੇ ਪਾਏ ਹੋਏ ਹਨ ਸਾਧੂ ਮਹਾਤਮਾ ਨੇ, ਬੜੀਆਂ ਸੁੰਦਰ ਸੁੰਦਰ ਰਿਹਾਇਸ਼ਾਂ ਬਣਾਈਆਂ ਹੋਈਆਂ ਹਨ, ਅਸੀਂ ਦੇਖੀਆਂ ਹਨ। ਬੜੀਆਂ ਠਾਠਾਂ ਬਣਾਈਆਂ ਹੋਈਆਂ ਹਨ, ਪੂਰੇ ਸੁੱਖਾਂ ਦੇ ਨਾਲ ਜੁੜੇ ਹੋਏ ਹਨ। ਤੇ ਆਪ ਵੀ ਦੁੱਖ ਪਾਉਣਗੇ ਹੀ ਨਾ, ਤੁਹਾਨੂੰ ਜੋੜਨਗੇ। ਤੇ ਸੰਸਾਰ ਦੇ ਵਿੱਚ ਸੁੱਖ ਦੀ ਵਾਸ਼ਨਾ ਸੰਸਾਰ ਦੇ ਨਾਲ ਜੋੜਦੀ ਹੈ। ਤੇ ਧਾਰਮਿਕ ਲੋਕ ਸੁੱਖਾਂ ਦੀ ਵਾਸ਼ਨਾ ਨੂੰ ਵਧਾਉਂਦੇ ਹਨ ਸੰਸਾਰ ਵਿੱਚ। ਉਹ ਕਹਿੰਦੇ ਹਨ ਵੀ ਇਸ ਧਾਰਮਿਕ ਸਥਾਨ 'ਤੇ ਆ ਜਾਓ, ਅਰਦਾਸ ਕਰਾਂਗੇ, ਪ੍ਰਾਰਥਨਾ ਕਰਾਂਗੇ, ਤੁਸੀਂ ਪੂਜਾ ਕਰੋ, ਕਿਉਂਕਿ ਤੁਸੀਂ ਸੰਸਾਰ ਦੇ ਵਿੱਚ ਸੁਖੀ ਰਹਿ ਸਕੋ, ਜ਼ਿਆਦਾ ਸੁੱਖ ਮਿਲਣਗੇ ਤੁਹਾਨੂੰ, ਮਨ ਇੱਛੇ ਫਲ ਮਿਲਣਗੇ, ਝੋਲੀਆਂ ਭਰ ਕੇ ਜਾਓਗੇ, ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਇਸ ਸਥਾਨ 'ਤੇ ਆਓ। ਉਹ ਧਾਰਮਿਕ ਸਥਾਨਾਂ ਦੁਆਰਾ ਵੀ ਸੰਸਾਰ ਨਾਲ ਹੀ ਜੋੜਦੇ ਹਨ। ਇਸੇ ਕਰਕੇ ਮੈਂ ਕਹਿ ਰਿਹਾ ਹਾਂ ਨਾ ਵੀ ਧਾਰਮਿਕ ਸਥਾਨ ਝੂਠੇ ਹਨ, ਝੂਠ ਦੇ ਨਾਲ ਜੋੜਦੇ ਹਨ। ਤੇ ਸਥਾਨਾਂ ਦੁਆਰਾ ਤੇ ਝੂਠ ਨਾਲ ਜੋੜ ਹੀ ਰਹੇ ਹਨ। ਜਿਹੜੇ ਪ੍ਰਚਾਰਕ ਹਨ, ਜਿਹੜੇ ਆ ਉਪਦੇਸ਼ ਵੀ ਪੜ੍ਹਦੇ ਹਨ, ਇਹ ਵੀ ਪੜ੍ਹਾ ਰਹੇ ਹਨ ਝੂਠ ਵਾਸਤੇ, ਅਰਦਾਸਾਂ ਕਰਦੇ ਹਨ ਝੂਠ ਵਾਸਤੇ। ਦੇਖੋ ਕਮਾਲ ਦੀ ਗੱਲ। ਤੇ ਜਿੰਨਾ ਤੁਸੀਂ ਸੰਸਾਰ ਦੇ ਵਿੱਚ ਜੁੜਦੇ ਹੋ ਸੁੱਖ ਦੀ ਵਾਸ਼ਨਾ ਕਰਕੇ ਸੰਸਾਰ 'ਚ ਸੁੱਖ ਭੋਗਣਾ ਹੈ, ਓਨਾ ਹੀ ਤੁਸੀਂ ਸੰਸਾਰ ਦੇ ਨਾਲ ਜ਼ਿਆਦਾ ਜੁੜਦੇ ਹੋ। ਜਿੰਨਾ ਜ਼ਿਆਦਾ ਜੁੜਦੇ ਹੋ, ਓਨਾ ਜ਼ਿਆਦਾ ਦੁਖੀ ਹੋਵੋਗੇ। ਇਹੋ ਹੀ ਇੱਥੇ ਸਜ਼ਾ ਹੈ, ਇਹੋ ਹੀ ਪਾਪ ਹੈ, ਕਹਿ ਲਈਏ ਪਾਪ ਦੀ ਸਜ਼ਾ ਹੈ। ਕੀ ਸਜ਼ਾ ਹੈ? ਵੀ ਝੂਠ ਦੇ ਨਾਲ ਜੁੜੋਗੇ ਤੇ ਤੁਹਾਨੂੰ ਰਿਜ਼ਲਟ ਮਿਲੇਗਾ ਹੀ ਝੂਠਾ, ਤੁਸੀਂ ਦੁੱਖ ਪਾਓਗੇ। ਤੇ ਸੁੱਖ ਦੀ ਵਾਸ਼ਨਾ ਕਰਕੇ ਤੇ ਪਰਮ ਪੁਰਖ ਕਹਿੰਦੇ ਹਨ ਵੀ ਬਾਹਰ ਸੁੱਖ ਨਹੀਂ ਹੈ ਸੰਸਾਰ ਵਿੱਚ, ਝੂਠ ਦੇ ਵਿੱਚ ਸੁੱਖ ਨਹੀਂ ਹੈ, ਤੁਹਾਡੇ ਅੰਦਰ ਸੁੱਖ ਨਿਧਾਨ ਹੈ, ਸੁੱਖਾਂ ਦਾ ਖਜ਼ਾਨਾ ਹੈ। ਤੁਸੀਂ ਅੰਦਰੋਂ ਸਮਰਾਟ ਹੋ, ਅੰਦਰ ਸਾਰਾ ਹੀ ਕੁਝ ਤੁਹਾਡੇ ਮੌਜੂਦ ਹੈ, ਪਰ ਤੁਸੀਂ ਬਾਹਰ ਸੰਸਾਰ ਦੇ ਵਿੱਚ ਸੁੱਖ ਭਾਲਦੇ ਹੋ। ਜਹ ਸੁਖ ਕੋ ਚਾਹੇ ਸਦਾ ਸ਼ਰਣ ਰਾਮ ਕੀ ਲੈ। ਰਾਮ ਦੀ ਲੈ ਸ਼ਰਨ, ਤੂੰ ਸੰਸਾਰ ਦੀ ਲੈ ਰਿਹਾ, ਸੰਸਾਰ 'ਚ ਚਾਹ ਰਿਹਾ ਹਾਂ ਸੁੱਖ। ਤੇ ਜਿੰਨਾ ਸੁੱਖ ਵਾਸਤੇ ਆਦਮੀ ਸੰਸਾਰ ਦੇ ਵਿੱਚ ਜਾਂਦਾ ਹੈ ਨਾ, ਸੁੱਖ ਦੀ ਭਾਲ ਕਰਦਾ ਹੈ, ਓਨਾ ਹੀ ਦੁਖੀ ਹੁੰਦਾ ਹੈ। ਇਸੇ ਕਰਕੇ ਜਾਣਕਾਰ ਕਹਿੰਦੇ ਹਨ, ਸੁਖ ਮੰਗਤ ਦੁੱਖ ਆਗ ਲਿਆਵੇ, ਸੋ ਸੁਖ ਹਮਹੁ ਨਾ ਮੰਗਿਆ ਪਾਵੇ। ਦੇਖੋ ਇਹ ਕਹਿ ਰਹੇ ਹਨ ਭਗਤ ਜੀ, ਕਹਿੰਦੇ ਹਨ ਵੀ ਸੁੱਖ ਸੰਸਾਰ 'ਚ ਮੰਗ ਕੇ ਨਾ
ਫਿਰ ਦੁੱਖ ਹੀ ਵੱਧਦਾ ਹੈ, ਕਿਉਂਕਿ ਜਿੰਨਾ ਸੁੱਖ ਮੰਗਦੇ ਹਾਂ ਸੰਸਾਰ ਦੇ ਵਿੱਚ ਉਹਨਾਂ ਜੁੜਦੇ ਹਾਂ ਸੰਸਾਰ ਦੇ ਨਾਲ, ਜਿੰਨਾ ਜੁੜਦੇ ਹਾਂ ਉਨਾ ਹੀ ਦੁੱਖ ਵੱਧਦਾ ਜਾਂਦਾ, ਜਿੰਨਾ ਜੁੜੀ ਜਾਓਗੇ ਉਹਨਾਂ ਦੁੱਖ ਵਧੀ ਜਾਵੇਗਾ। ਫਿਰ ਧਾਰਮਿਕ ਲੋਕ ਵੀ ਇਹੋ ਹੀ ਕੰਮ ਕਰ ਰਹੇ ਹਨ, ਇਹ ਜੋੜ ਰਹੇ ਹਨ ਸੰਸਾਰ ਨਾਲ, ਤੇ ਉਪਦੇਸ਼ ਪੜ੍ਹ ਰਹੇ ਹਨ। ਫਿਰ ਦੂਸਰੀ ਗੱਲ ਹੈ, ਜਿਹੜਾ ਇਹ ਉਪਦੇਸ਼ ਹੈ ਇਹ ਇਸ਼ਾਰਾ ਹੈ ਸੱਤ ਵੱਲ ਨੂੰ, ਇਹ ਸ਼ਬਦ ਇਸ਼ਾਰਾ ਹਨ, ਪਰ ਲੋਕ ਸ਼ਬਦਾਂ ਦੇ ਨਾਲ ਜੁੜ ਰਹੇ ਹਨ। ਦੋ ਕੰਮ ਕਰ ਰਹੇ ਹਨ ਧਾਰਮਿਕ ਲੋਕ, ਕੁਛ ਕਿਤੇ ਸੰਸਾਰ ਨਾਲ ਜੋੜ ਰਹੇ ਹਨ ਤੇ ਕੁਛ ਸ਼ਬਦਾਂ ਦੇ ਨਾਲ ਜੋੜ ਰਹੇ ਹਨ। ਉਹ ਕਹਿੰਦੇ ਹਨ ਸ਼ਬਦਾਂ ਨੂੰ ਹੀ ਕੰਠ ਕਰੋ, ਯਾਦ ਕਰੋ, ਪੜ੍ਹੀ ਜਾਓ, ਰੱਟੀ ਜਾਓ, ਦੁਹਰਾਈ ਜਾਓ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਉਹ ਕਹਿੰਦੇ ਜਾਣੋ ਝੂਠ ਹੈ, ਝੂਠ ਨਾਲੋਂ ਥੋੜ੍ਹਾ ਥੋੜ੍ਹਾ ਸੰਬੰਧ ਹਟਾਓ, ਪਿੱਛੇ ਹਟੋ। ਜਿਹੜਾ ਝੂਠ ਹੈ, ਜਿਹੜਾ ਛੱਡਣਾ ਹੀ ਹੈ ਆਖਰ ਵੇਲੇ, ਉਹਦੇ ਨਾਲ ਜ਼ਿਆਦਾ ਨਾ ਜੁੜੋ। ਉਹ ਸੁਚੇਤ ਕਰ ਰਹੇ ਹਨ ਤੁਹਾਨੂੰ ਪਰਮ ਪੁਰਖ ਵੀ ਬਹੁਤਾ ਨਾ ਜੁੜੋ, ਜਿੰਨਾ ਜ਼ਿਆਦਾ ਜੁੜੋਗੇ ਉਹਨਾਂ ਦੁੱਖ ਪਾਓਗੇ। ਉਹ ਕਹਿ ਰਹੇ ਹਨ ਇਹ ਮਿੱਤਰੋ ਇਹ ਝੂਠ ਹੈ, ਜਾਣ ਲਿਓ ਰੇ ਮੀਤ, ਖਿਆਲ ਰੱਖੋ ਤੇ ਜ਼ਿਆਦਾ ਨਾ ਜੁੜੋ, ਜ਼ਿਆਦਾ ਮੋਹ ਨਾ ਪਾਓ ਸੰਸਾਰ ਨਾਲ। ਪਰ ਇਹ ਧਾਰਮਿਕ ਲੋਕ ਇਹ ਸ਼ਬਦਾਂ ਦੇ ਨਾਲ ਹੀ ਜੋੜ ਰਹੇ ਹਨ, ਕਹਿੰਦੇ ਸ਼ਬਦ ਹੀ ਪੜ੍ਹੀ ਜਾਓ। ਨਹੀਂ, ਇਹ ਸ਼ਬਦ ਇਸ਼ਾਰਾ ਹਨ, ਨਿਸ਼ਬਦ ਵੱਲ ਨੂੰ ਸ਼ਬਦ ਇਸ਼ਾਰਾ ਹੁੰਦੇ ਹਨ। ਸ਼ਬਦਾਂ ਦੁਆਰਾ ਇਸ਼ਾਰਾ ਕੀਤਾ ਜਾਂਦਾ ਹੈ ਵੀ ਝੂਠ ਵੱਲੋਂ ਧਿਆਨ ਹਟਾਓ, ਸੱਤ ਵੱਲ ਆਓ। ਸ਼ਬਦਾਂ ਦਾ ਇਹੋ ਉਪਯੋਗ ਹੈ, ਇਸ ਕਰਕੇ ਸ਼ਬਦ ਸੰਸਾਰ ਵਿੱਚ ਵੀ ਵਰਤੇ ਜਾਂਦੇ ਹਨ। ਪਰ ਸ਼ਬਦ ਕੀਤੇ ਹਨ ਪੈਦਾ ਪਰਮ ਗਿਆਨੀਆਂ ਨੇ ਧਾਰਮਿਕ ਉਪਦੇਸ਼ ਦੇਣ ਵਾਸਤੇ, ਵੀ ਆਦਮੀ ਇਸ਼ਾਰਿਆਂ ਦੇ ਵਿੱਚ ਨਹੀਂ ਸਮਝਦਾ ਹੈ, ਵੀ ਸ਼ਬਦਾਂ ਦੁਆਰਾ ਸਮਝਾ ਦਾਂਗੇ ਵੀ ਝੂਠ ਦੇ ਨਾਲ ਨਾ ਜੁੜ, ਵੀ ਸੱਚ ਤੇਰੇ ਅੰਦਰ ਹੈ, ਤੂੰ ਬਾਹਰ ਨਾ ਜੁੜ। ਬਾਹਰ ਤੋਂ ਜਿੰਨਾ ਜ਼ਿਆਦਾ ਜੁੜੇਗਾ ਝੂਠ ਦੇ ਨਾਲ ਓਨਾ ਜ਼ਿਆਦਾ ਦੁੱਖ ਪਾਵੇਂਗਾ। ਅਤੇ ਸ਼ਬਦ ਜਿਹੜੇ ਹਨ ਨਾ ਇਸ਼ਾਰਾ ਹਨ, ਖਿਆਲ ਵਿੱਚ ਰੱਖਿਓ। ਅਤੇ ਜਿੱਧਰ ਨੂੰ ਇਸ਼ਾਰਾ ਹੈ ਨਾ ਉੱਧਰ ਨੂੰ ਜਾਣਾ ਹੈ, ਸ਼ਬਦਾਂ ਦੇ ਨਾਲ ਨਹੀਂ ਜੁੜਨਾ ਹੈ, ਇਸ਼ਾਰਾ ਸਮਝਣਾ ਹੈ। ਅਤੇ ਪਰਮ ਗਿਆਨੀ ਇਸ਼ਾਰਾ ਕਰ ਰਹੇ ਹਨ ਵੀ ਉਸ ਘਰ ਚੱਲੋ ਜਿਹ ਘਰ ਤੋਂ ਰਹਿਣਾ ਬਸਣਾ, ਸੋ ਘਰ ਦਿਓ ਵਿਸਾਰ।